ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤਾ ਰਹਾਓ। ਸੋ ਧੰਨੇ ਭਗਤ ਜੀ ਨੂੰ ਦਰਸ਼ਨ ਦੇ ਕੇ ਪਰਮੇਸ਼ਰ ਨੇ ਬਚਨ ਗਿਆ, ਹੋਰ ਸਾਰਿਆਂ ਨੇ ਆਰਤੀ ਕੀਤੀ ਹੈ, ਤੂੰ ਮੇਰੀ ਆਰਤੀ ਨਹੀਂ ਕੀਤੀ। ਕਹਿੰਦੇ ਹੋਰਨਾਂ ਨੇ ਤਾਂ ਆਰਤੀ ਕੀਤੀ ਹੈ, ਮੈਂ ਤਾਂ ਆਰਤਾ ਕਰਾਂਗਾ। ਕਹਿੰਦੇ ਵੀ ਪਿਛਲੀ ਸਾਰੀ ਕਸਰੀ ਕੱਢ ਦਿੰਦਾ, ਮੈਂ ਆਰਤਾ ਕਰੂੰ ਵੱਡਾ ਸਾਰਾ। ਪਰਮੇਸ਼ਰ ਹੱਸ ਪਏ ਵੀ ਸਿੱਧਾ ਸਾਦਾ ਭੋਲਾ ਭਾਲਾ ਬੰਦਾ, ਕੋਈ ਬਚਨ ਦਾ ਉਹਨਾਂ ਨੇ ਇਸ ਤਰ੍ਹਾਂ ਗੁੱਸਾ ਨਹੀਂ ਕਰਦੇ ਪਰਮੇਸ਼ਰ, ਉਹ ਬਸ ਭਗਤਾਂ ਤੇ ਪ੍ਰਸੰਨ ਰਹਿੰਦੇ ਨੇ। ਕਹਿੰਦੇ ਜੀ ਮੈਂ ਆਰਤਾ ਕਰੂੰਗਾ, ਮੈਂ ਜੱਟ ਜ਼ਿਮੀਂਦਾਰ ਬੰਦਾ ਸਿੱਧਾ ਸਾਦਾ, ਤੇ ਦੂਜੇ ਤਾਂ ਭਗਤ ਬੜੇ ਸੀਗੇ, ਮੈਨੂੰ ਤਾਂ ਜਿਹਾ ਜਾਂਦਾ ਮੈਂ ਉਹ ਆਰਤਾ ਕਰ ਦਿੰਦਾ। ਇਸ ਤਰ੍ਹਾਂ ਪ੍ਰੇਮਾ ਭਗਤੀ ਵਿੱਚ ਆ ਕੇ ਪਰਮੇਸ਼ਰ ਪ੍ਰਸੰਨ ਹੋ ਜਾਂਦੇ ਨੇ। ਔਰ ਭਗਤ ਜੀ ਨੇ ਆਰਤਾ ਕੀਤਾ, ਗੋਪਾਲ ਤੇਰਾ ਆਰਤਾ। ਇਹ ਗੋਪਾਲ ਮੈਂ ਆਪਦਾ ਆਰਤਾ ਕਰਦਾ, ਜੋ ਗੁਰਮੁਖ ਜਨ ਸੋ ਆਪ ਦੀ ਤਨੋ ਮਨੋ ਹੋ ਕੇ ਭਗਤੀ ਕਰਦੇ ਆ, ਤੁਸੀਂ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦੇ ਹੋ। ਜਿਵੇਂ ਤੀਸਰੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨਹਾਰਾ। ਸੋ ਜਦੋਂ ਇੰਨੇ ਅੱਖਰ ਕਹਿ ਕੇ ਭਗਤ ਜੀ ਰੋਗੇ, ਕਹਿਣ ਲੱਗੇ ਹੈ ਪਰਮੇਸ਼ਰ ਪਹਿਲਾਂ ਆਪ ਮੇਰਾ ਕੰਮ ਪੂਰਾ ਕਰੋ, ਫਿਰ ਮੈਂ ਆਪ ਦਾ ਆਰਤਾ ਕਰਾਂਗਾ। ਕਹਿਣ ਲੱਗੇ ਦੱਸ ਬਈ ਤੂੰ ਕੀ ਚਾਹੁੰਦਾ? ਧੰਨਾ ਜੀ ਕਹਿਣ ਲੱਗੇ ਮੈਂ ਮਹਾਰਾਜ ਮੇਰਾ ਗੁਜ਼ਾਰਾ ਔਖਾ ਚੱਲਦਾ, ਆਪਣੇ ਸਰੀਰਕ ਨਿਰਵਾਹ ਵਾਸਤੇ ਹੁਣ ਕੁਛ ਤਾਂ ਚਾਹੀਦਾ। ਭਗਤ ਕਬੀਰ ਜੀ ਨੇ ਵੀ ਮੰਗਿਆ ਹੀ ਸੀ ਸਾਰਾ ਕੁਝ ਖਾਣ ਪੀਣ ਨੂੰ। ਪਰਮੇਸ਼ਰ ਕਹਿਣ ਲੱਗੇ ਜੋ ਤੇਰੇ ਮਨ ਦੀ ਇੱਛਾ ਦੱਸ, ਤੈਨੂੰ ਮੈਂ ਦਿੰਦਾ, ਲਾਲਚ ਨਹੀਂ ਕਰਦਾ। ਕਹਿੰਦਾ ਮੈਂ ਭਗਤ ਜੀ ਨੇ ਵੀ ਇਹੀ ਕਿਹਾ, ਮੈਂ ਨਾਹੀਂ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਪੱਬੋ। ਕੀ ਚਾਹੁੰਦਾ ਬਈ? ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਮੈਂ ਆਪ ਜੀ ਕੋਲੋਂ ਦਾਲ ਮੰਗਦਾ, ਸੀਧਾ ਹੁੰਦਾ ਆਟਾ, ਤੇ ਘਿਓ ਮੰਗਦਾ। ਜੇ ਆਪ ਬਖਸ਼ੋਗੇ ਤਾਂ ਸਾਡਾ ਜੀ ਪ੍ਰਤੀ ਇੰਨਾ ਦੇ ਦਿਓ ਸਮਾਨ, ਤੇ ਫਿਰ ਜਿਹੜਾ ਨਾ ਮਨ ਸਾਡਾ ਰੋਜ਼ ਖੁਸ਼ੀਆਂ ਨੂੰ ਧਾਰਨ ਕਰੂਗਾ, ਅਸੀਂ ਰੋਟੀ ਤਾਂ ਖਾ ਲਿਆ ਕਰੀਏ। ਕਿਉਂਕਿ ਸਮਾਧੀ ਲਾ ਕੇ ਬੈਠੇ ਆ, ਕੋਈ ਕੰਮ ਨਹੀਂ ਕਰਦੇ, ਹੁਣ ਅਸੀਂ ਬਸ ਤੇਰੇ ਹੀ ਨਾਮ ਨੂੰ ਜਪੀ ਜਾਂਦੇ ਹਾਂ। ਤੁਸੀਂ ਸਾਨੂੰ ਇੰਨਾ ਕੋਈ ਕਿਰਪਾ ਕਰ ਦਿਓ, ਸਾਨੂੰ ਮਿਲਦਾ ਰਹੇ ਖਾਣ ਪੀਣ ਨੂੰ ਭੋਜਨ। ਪਨੀਆਂ ਚਾਦਨ ਨੀਕਾ, ਪਨੀਆਂ ਹੁੰਦੀ ਜੁੱਤੀ, ਪੈਰਾਂ 'ਚ ਜੁੱਤੀ, ਤੇ ਉੱਪਰ ਵਾਸਤੇ ਨੀਕਾ ਹੁੰਦਾ ਚੰਗਾ, ਛਾਦਨ ਹੁੰਦਾ ਕੱਪੜਾ ਹੋਵੇ। ਤਾਈਓ ਤਾਂ ਆਪਾਂ ਕਹਿੰਦੇ ਵੀ ਰਹਿ ਰਾਸ ਤੋਂ ਬਾਅਦ ਆਰਤੀ ਕਰ ਲਿਆ ਕਰੋ, ਮੰਨ ਲਿਆ ਕਰੋ ਬਚਨ ਗੁਰੂ ਦਾ। ਆਰਤੀ ਕਰਨ ਨਾਲ ਇਹ ਚੀਜ਼ਾਂ ਦੀ ਤਕਲੀਫ ਨਹੀਂ ਆਉਂਦੀ ਹੈ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਰੋਜੀ ਰੋਟੀ ਬੰਦੇ ਦੀ ਠੀਕ ਚੱਲ ਜਾਂਦੀ ਹੈ। ਸੋ ਇਸ ਕਰਕੇ ਪੜ੍ਹਨ ਦਾ ਹਰਜ ਕੀ ਹੈ? ਆਰਤੀ ਜਿਵੇਂ ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਬਾਬਾ ਹਰਨਾਮ ਸਿੰਘ ਜੀ ਨੇ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ 'ਚ ਪੜ੍ਹਿਆ ਸੀ ਵੀ ਆਰਤੀ ਕੀਤੀ। ਕਹਿੰਦੇ ਮੈਂ ਉਦੋਂ ਤੋਂ ਹੀ ਆਰਤੀ ਸ਼ੁਰੂ ਕਰ ਦਿੱਤੀ। ਮੈਨੂੰ ਕਹਿੰਦੇ ਤੂੰ ਵੀ ਪੜ੍ਹਿਆ ਕਰ। ਆਪਾਂ ਤਾਂ 7 ਵਚਨ ਹੀ ਕਹਿਣਾ, ਅੱਜ ਕੱਲ੍ਹ ਲੋਕੀ 7 ਵਚਨ ਭੁੱਲ ਹੀ ਗਏ ਕਹਿਣਾ। ਤਰਕਵਾਦੀ ਜੇ ਉਦੋਂ ਹੀ ਪਤਾ ਨਹੀਂ ਕਿੱਥੋਂ ਜੰਮ ਪਏ ਇਹ ਕਈ ਇਹੋ ਜਿਹੇ, ਇਹਦਾ ਕੀ ਫਾਇਦਾ, ਇਹ ਕਿਉਂ ਕਰਨੀ ਆ, ਇੱਦਾਂ ਹੀ ਖਾਲੀ ਰਹਿ ਜਾਣਾ ਤੁਸੀਂ, ਤੁਹਾਡੇ ਪੱਲੇ ਕੱਖ ਨਹੀਂ ਪੈਣਾ। ਬਸ ਚੁੱਪ ਕਰਕੇ ਹਾਂ ਕਰੀਦੀ ਹੁੰਦੀ ਹੈ ਵੀ ਹਾਂ ਜੀ ਠੀਕ ਆਰਤੀ ਪੜ੍ਹਾਂਗੇ, ਬਸ ਕੰਮ ਮੁੱਕਿਆ। ਆਰਤੀ ਰਹਿ ਰਾਸ ਤੋਂ ਬਾਅਦ ਨਾਲ ਹੀ ਪੜ੍ਹ ਦਿਓ, ਪਰਮੇਸ਼ਰ ਜੀ ਖੁਸ਼ ਹੁੰਦੇ ਨੇ, ਪਰਮੇਸ਼ਰ ਦੀ ਪ੍ਰਸੰਨਤਾ ਮਿਲਦੀ ਹੈ ਆਰਤੀ ਦਾ ਪਾਠ ਕਰਨ ਨਾਲ। ਇਹ ਤਾਂ ਨਹੀਂ ਤੁਹਾਨੂੰ ਕਿਹਾ ਦੀਵੇ ਬਾਲੋ, ਪੜ੍ਹਨੀ ਬਾਣੀਆਂ ਪੜ੍ਹਨੀਆਂ, ਬਾਣੀਆਂ ਬਸ। ਅਨਾਜ ਮੰਗੋ ਸਤ ਸੀ ਕਾ, 7 ਸਿਆੜਾਂ ਨੂੰ ਪਾ ਕੇ ਜਿਹੜਾ ਬੀਜਿਆ ਹੋਇਆ ਅੰਨ ਹੈ, ਉਹ ਅਨਾਜ ਅੰਨ ਮੈਂ ਆਪ ਜੀ ਕੋਲੋਂ ਮੰਗਦਾ, ਕਿਉਂਕਿ ਇਹ ਅੰਨ ਸਵਾਦ ਹੁੰਦਾ। ਸੋ 7 ਪੋਲਾ ਨਹੀਂ ਬੋਲਣਾ, 7 ਜਿਹੜਾ ਅਨਾਜ ਹੈ, ਸੀਕਾ ਸਿਆੜ ਵਾਲਾ। ਸੀਕਾ ਇਸੇ ਪ੍ਰਕਾਰ ਜਿਵੇਂ ਸਿਆੜ ਜੋ 100 ਵਾਰੀ ਵਾਹੀ ਹੋਵੇ ਜਾਂ 7 ਵਾਰੀ, ਜਾਂ 7 ਤੇ ਸੀਲ ਮੰਗਦਾ ਆਪ ਪਾਸੋਂ 100 ਵਾਰੀ ਜਾਂ 7 ਵਾਰੀ ਘੱਟੋ ਘੱਟ। 7 ਸੀਕਾ ਵੀ ਪਾਠ ਹੈ, 7 ਸੀਕਾ। ਗਊ ਭੈਂਸ ਮੰਗੋ ਲਾਵੇਰੀ, ਦੁੱਧ ਪੀਣ ਲਈ ਗਊ ਤੇ ਇੱਕ ਮੱਝ, ਦੋਨੋਂ ਲਵੇਰੀਆਂ ਮੰਗਦਾ। ਦੇਖੋ ਮੰਗਣ ਦੀ ਗੱਲ ਉੱਦਾਂ ਕਹਿੰਦੇ ਮੈਂ ਭੋਲਾ, ਮੰਗਦੇ ਤਾਂ ਲਵੇਰੀਆਂ, ਇਹ ਨਹੀਂ ਕਿਹਾ ਫੰਡਰ ਦੇ ਦਿਓ, ਕਹਿੰਦੇ ਲਵੇਰੀਆਂ ਦਿਓ। ਆ ਪਰਮੇਸ਼ਰ ਜੀ ਫੰਡਰ ਦੇ ਕੇ ਕਹਿ ਸਕਦੇ ਬਾਅਦ ਤੂੰ ਕਿਹੜਾ ਲਵੇਰੀ ਮੰਗੀ, ਮੈਂ ਤਾਂ ਤੂੰ ਕਿਹਾ ਮੈਨੂੰ ਗਊ ਮੱਝ ਦੇ ਤਾਂ ਮੈਂ ਦੇਤੀ 2-2 ਕਿਲੋ ਦੁੱਧ ਵਾਲੀਆਂ। ਲਵੇਰੀ ਦਿੰਦੀ 10-10 15-15 ਕਿਲੋ ਦੁੱਧ। ਕਹਿੰਦੇ ਜੀ ਖੁੱਲ੍ਹਾ ਦੁੱਧ ਹੋਵੇ, ਘਰੇ ਸੰਤ ਮਹਾਤਮਾ ਆਉਂਦੇ ਆ, ਕੋਈ ਦੁੱਧ ਦਹੀਂ ਮੱਖਣ ਲੱਸੀ ਸੇਵਾ ਕਰਿਆ ਕਰਾਂਗੇ ਉਹਨਾਂ ਦੀ, ਤਾਂ ਲਵੇਰੀਆਂ ਮੰਗਦਾ।
ਸੋ ਇਸ ਪ੍ਰਕਾਰ ਮੰਗਣ ਦਾ ਵੀ ਢੰਗ ਹੈ। ਗਊ ਭੈਂਸ ਮੰਗੋ ਲਾਵੇਰੀ, ਆਪਾਂ ਤਾਂ ਕੇਨੀਆਂ 'ਚ ਮਿਲ ਜਾਂਦਾ ਭਰੀਆਂ ਭਰਾਈਆਂ, ਹੋਰ ਵੀ ਮੌਜ ਹੋ ਗਈ। ਇੱਕ ਤਾਜਨ ਤੁਰੀ ਚੰਗੇਰੀ, ਚੜ੍ਹਨ ਵਾਸਤੇ ਇੱਕ ਸੋ ਜਿਹੜੀ ਆ ਨਾ ਤੇਜਨ ਜਾਤੀ ਦੀ ਖੁਰਾਸਾਨੀ ਚੰਗੀ ਤੋਂ ਤੁਰੀ ਤੋਂ ਭਾਵ ਘੋੜੀ ਮੰਗਦਾ। ਉਦੋਂ ਘੋੜੀਆਂ ਹੀ ਸੀ, ਸਕੂਟਰ ਨਹੀਂ ਸੀਗੇ, ਮੋਟਰਸਾਈਕਲ ਨਹੀਂ ਸੀ, ਕਾਰਾਂ ਨਹੀਂ ਸੀਗੀਆਂ। ਪਰ ਹੋ ਸਕਦਾ ਲੋੜ ਪੈ ਜੇ ਫੇਰ ਘੋੜਿਆਂ ਦੀ। ਘੋੜੀ ਮਹਾਰਾਜ ਨੂੰ ਪਤਾ ਹੁਣ ਘੋੜੀ ਹਲੇ ਨਹੀਂ ਚੱਲਦੀ ਤਾਂ ਹਲੇ ਤਾਂ ਗੱਡੀ ਦੇ ਦੇਣਗੇ। ਮਹਾਰਾਜ ਇੱਥੇ ਸਕੂਟਰ ਨਹੀਂ ਚੱਲਦੇ, ਅਮਰੀਕਾ ਕਨੇਡਾ 'ਚ ਇੱਥੇ ਕਾਰਾਂ ਚੱਲਦੀਆਂ ਜੀ। ਕਹਿੰਦੇ ਕੋਈ ਨਹੀਂ, ਘੋੜੀ ਵਾਂਗੂ ਤੇਜ਼ ਭੱਜਣ ਵਾਲੀ ਕਾਰ ਦੇ ਦਿੰਦੇ ਆ। ਜੇ ਤੂੰ ਇੰਡੀਆ ਜਾਏ ਤਾਂ ਤੁਸੀਂ ਸਕੂਟਰ ਦੇ ਦਿਆਂਗੇ, ਕਾਰ ਦੇ ਦਿਆਂਗੇ, ਜਿੱਥੇ ਜਿਹੜੀ ਚੀਜ਼ ਚੱਲਦੀ ਉੱਥੇ ਲੈ ਲਾ। ਸੋ ਇਸ ਪ੍ਰਕਾਰ ਜਦੋਂ ਘੋੜਿਆਂ ਦਾ ਜ਼ਮਾਨਾ ਆ ਜਾਵੇ ਫਿਰ ਤੂੰ ਘੋੜੇ ਵੀ ਦੇ ਦਾਂਗੇ, ਘੋੜੀਆਂ ਤੇ ਚੜ੍ਹ ਕੇ ਫਿਰੀ। ਜੇ ਆਪ ਜੀ ਦੀ ਕਿਰਪਾ ਨਾਲ ਸਾਰੇ ਪਦਾਰਥ ਪ੍ਰਾਪਤ ਹੋ ਗਏ ਤਾਂ ਇਹਨਾਂ ਦੀ ਸੰਭਾਲ ਲਈ ਫਿਰ ਮਹਾਰਾਜ ਜੀ ਮੈਂ ਇਕੱਲਾ ਕਿਵੇਂ ਸੰਭਾਲੂ, ਮੈਂ ਭਗਤੀ ਕਰੂੰ ਕਿ ਇਹਨਾਂ ਨੂੰ ਸੰਭਾਲੂ। ਕਹਿੰਦੇ ਫਿਰ ਘਰ ਕੀ ਗੀਹਨ ਚੰਗੀ ਜਨ ਤੰਨਾ ਲੇਵੈ ਮੰਗੀ। ਘਰ ਦੀ ਸੰਭਾਲ ਲਈ ਸੁਸ਼ੀਲ ਤੇ ਪਤੀ ਵਰਤਾ ਜੋ ਚੰਗੀ ਇਸਤਰੀ ਹੈ, ਮੈਂ ਤੰਨਾ ਜਨ ਮੰਗ ਲੈਂਦਾ ਤੁਹਾਡੇ ਕੋਲੋਂ। ਕਿਉਂ ਮੈਨੂੰ ਹੁਣ ਕਾਹਦੀ ਸ਼ਰਮ ਹੈ, ਤੁਸੀਂ ਮੇਰੇ ਪਿਤਾ ਜੀ ਹੋ, ਵਿਆਹ ਵੀ ਹੋਣਾ ਚਾਹੀਦਾ ਨਾ ਮੇਰਾ। ਕਿਉਂ ਜੋ ਐਸੀ ਇਸਤਰੀ ਨਾ ਦੇਣੀ ਨੇ ਪਾਣੀ ਮੰਗੇ ਤੇ ਪੱਥਰ ਮਾਰੇ ਮੂਹਰੋਂ। 10ਵੇਂ ਪਾਤਸ਼ਾਹ ਨੇ 40ਵੇਂ ਚਲਿੱਤਰ 'ਚ 866 ਅੰਗ ਤੇ ਲਿਖਿਆ ਨਾ, ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਿਦੋਂ ਘਰ ਨਾਹਰ ਆਨੀ। ਪਾਣੀ ਦੇ ਮੰਗਿਆ ਪੱਥਰ ਮਾਰੇ ਮੂਹਰੋਂ। ਕਹਿੰਦੇ ਨਾਰ ਲਿਆਂਦੀ ਆ ਕਿ ਨਾਹਰ ਹੁੰਦੀ ਸ਼ੇਰ ਨਹੀਂ ਲਿਆਂਦੀ ਹੈ। ਤੇ ਇਸ ਤਰ੍ਹਾਂ ਕਹਿੰਦੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਇਸਤਰੀ ਵੀ ਦਿਓ ਚੰਗੀ ਜੀ, ਪਤੀ ਵਰਤਾ ਸ਼ੀਲ ਸੁਭਾਅ ਵਾਲੀ, ਇਹਨਾਂ ਚੀਜ਼ਾਂ ਨੂੰ ਸਾਂਭਣ ਵਾਲੀ, ਗਊ ਮੱਝਾਂ ਸੰਭਾਲ ਲਵੇ ਜਿਹੜੀਆਂ, ਘੋੜੀ ਨੂੰ ਵੀ ਸੇਵਾ ਕਰੇ ਤੇ ਅਨਾਜ ਵੀ ਪੀ ਕੇ ਰੋਟੀ ਵੀ ਖਵਾਵੇ, ਦਾਲ ਸਬਜ਼ੀ ਵੀ ਸੋਹਣੀ ਬਣਾਵੇ। ਇਸ ਤਰ੍ਹਾਂ ਇਹਦੇ ਵਿੱਚ ਹੀ ਬੜੀ ਰਹੱਸ ਵਾਲੀ ਗੱਲ ਹੈ। ਬਹੁਤ ਕੁਛ ਹੈ, ਇੰਨੇ ਸ਼ਬਦ ਵਿੱਚ ਇੰਨਾ ਕੁਛ ਹੈ ਵੀ ਕੋਈ ਹਿਸਾਬ ਹੀ ਨਹੀਂ। ਗ੍ਰਸਤੀਆਂ ਵਾਸਤੇ ਘਰ ਦੀ ਪ੍ਰੋਬਲਮ ਇਹ ਹੱਲ ਕਰ ਦਿੰਦਾ ਹੈ। ਕਈ ਕਹਿੰਦੇ ਮੇਰਾ ਵਿਆਹ ਹੀ ਨਹੀਂ ਹੁੰਦਾ, ਕਰ ਲਓ, ਮੰਗੀ ਤਾਂ ਹੋਈ ਹੈ। ਗੁਪਤ ਚੀਜ਼ਾਂ ਹੁੰਦੀਆਂ ਸਾਰੀਆਂ, ਉਹਨੇ ਨਾਲ ਜਿਹੀ ਜਿਹੀ ਸ਼ਰਧਾ ਕਰੋਗੇ ਉਹ ਜਿਹਾ ਮਿਲ ਜੂਗਾ। ਦਾਲ ਰੋਟੀ ਪਾਣੀ ਗੱਡੀਆਂ ਮੋਟਰਾਂ ਕਾਰਾਂ, ਆਰਤੀ ਕਰੀ ਜਾਓ। ਆਪ ਧੰਨੇ ਵਾਲਾ ਸ਼ਬਦ ਰੋਜ਼ ਪੜ੍ਹ ਲਿਆ ਕਰੋ, 100 ਵਾਰੀ ਪੜ੍ਹ ਲਓ, 108 ਵਾਰੀ ਜਾਂ ਘੰਟਾ ਕੋਈ ਪੜ੍ਹ ਲਓ। ਮੰਗੋ ਤਾਂ ਸਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਰ ਤੁਹਾਡੇ ਤੋਂ ਹੀ ਮੰਗਣਾ, ਸਤਿਗੁਰੂ ਮਹਾਰਾਜ ਦੇ ਦਿੰਦੇ ਨੇ। ਕਹਿੰਦੇ ਜਿਹੀ ਜੀ ਅਵਸਥਾ। ਹੁਣ ਉੱਚੀ ਅਵਸਥਾ ਵਾਲੀ ਜਿਹੜੀ ਹੈ ਜਗਿਆਸੂ ਦੀ ਅਵਸਥਾ, ਹੁਣ ਉਹਦੇ ਮੁਤਾਬਕ ਮੰਗਦੇ ਨੇ। ਅੰਤਰੀ ਭਾਵ ਹੁਣ ਫਰਮਾਉਂਦੇ ਹਨ, ਗੋਪਾਲ ਤੇਰਾ ਆਰਤਾ ਹੈ। ਗੋਪਾਲ ਸਾਰੇ ਪਾਸਿਆਂ ਤੋਂ ਸਰਬ ਔਰ ਤੋਂ ਮੈਂ ਕਹਿੰਦਾ ਤੇਰੇ ਵਿੱਚ ਆਰਤਾ। ਮੈਂ ਆਪ ਜੀ ਦਾ ਆਰਤ ਦੁਖੀ ਭਗਤ ਹਾਂ। ਆਰਤ ਦੁਖੀ ਹੋ ਕੇ ਭਗਤੀ ਕਰਨੀ। ਇੱਕ ਅਰਥਾਰਥੀ ਹੁੰਦੇ ਭਗਤੋ ਪਦਾਰਥਾਂ ਦੀ ਇੱਛਾ ਵਾਲੇ। ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਸੋ ਅਰਥਾਰਥੀ ਮਤਲਬ ਵਾਸਤੇ ਭਗਤੀ ਕਰਨੀ। ਆਰਤ ਭਗਤ ਹੁੰਦੇ ਜਿਵੇਂ ਧਰੂ ਭਗਤ ਜੀ ਦੁਖੀ ਹੋ ਕੇ ਬਾਹਰ ਜਾ ਕੇ ਭਗਤੀ ਕਰਨ ਲੱਗ ਪਏ। ਜਗਿਆਸੂ ਭਗਤ ਹੁੰਦਾ ਜੋ ਮੁਕਤੀ ਦੀ ਇੱਛਾ ਵਾਲਾ ਹੋਵੇ। ਤੇ ਇਸੇ ਪ੍ਰਕਾਰ ਗਿਆਨੀ ਭਗਤ ਜੋ ਗਿਆਨਵਾਨ ਹੋ ਕੇ ਫਿਰ ਭਗਤੀ ਕਰਦਾ, ਬਾਬਾ ਬੁੱਢਾ ਜੀ ਵਾਂਗੂ ਜਿਵੇਂ। ਸੋ ਕ੍ਰਿਸ਼ਨ ਜੀ ਨੇ ਗੀਤਾ ਦੇ ਅਰਜਨ ਨੂੰ ਵੀ ਇਹੀ ਬਚਨ ਕਿਹਾ ਨਾ ਕਿ ਚਤੁਰ ਵਿਦਾ ਭਜੰਤੇ ਮਾਂ ਜਨਾਹਾ ਸੁਕ੍ਰਿਤੀ ਨਾ ਅਰਜਨ। ਆਰਤੋ ਜਗਿਆਸੁਰ ਅਰਥਾਰਥੀ ਗਿਆਨੀ ਚ ਭਰਤ ਰਸ਼ਭ। ਇਹ ਭਰਤ ਕੁਲ ਦੇ ਵਿੱਚ ਰਸ਼ਭ ਹੁੰਦਾ ਸ੍ਰੇਸ਼ਟ। ਅਰਜਨ ਭਾਵ ਕਹਿਣ ਤੋਂ ਕਿ ਸੁਕ੍ਰਿਤੀਨਾ ਉੱਤਮ ਕਰਮ ਵਾਲੇ ਅਰਥਾਰਥੀ ਤੇ ਆਰਤ ਤੇ ਜਗਿਆਸੂ ਤੇ ਗਿਆਨੀ ਐਸੇ ਚਤੁਰਵਿਧਾ 4 ਪ੍ਰਕਾਰ ਦੇ ਭਗਤ ਜਨ। ਸੋ ਜਿਵੇਂ ਫਰਮਾਉਂਦੇ ਨੇ ਮਾਂ ਜਨਾਹ, ਮਾਂ ਤੋਂ ਭਾਵ ਮੈਨੂੰ ਭਜੰਤੇ ਯਾਦ ਕਰਦੇ ਹਨ। ਜਿਹੜੇ ਐਸੇ ਜਿਹੜੇ ਜਾਣੇ ਭਜੰਤੇ ਮਾਂ ਜਨਾਹ, ਉਹ ਜਿਹੜੇ ਜਾਣੇ ਮਾਂ ਤੋਂ ਭਾਵ ਮੈਨੂੰ ਭਜੰਤੇ। ਇਸ ਤਰ੍ਹਾਂ 4 ਪ੍ਰਕਾਰ ਦੇ ਭਗਤ ਹਨ। ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਹਾਓ। ਜਿਹੜੇ ਬੰਦੇ ਵੀ ਆਪਦੀ ਭਗਤੀ ਨੂੰ ਕਰਦੇ ਨੇ ਤੁਸੀਂ ਉਹਨਾਂ ਦੇ ਸਾਰੇ ਕੰਮ ਸਵਾਰ ਦਿਓ। ਇਸ ਕਰਕੇ ਮੇਰਾ ਕੰਮ ਵੀ ਸਵਾਰ ਦਿਓ। ਬਹੁਤ ਸਾਰਾ ਕੁਛ ਹੀ ਮੰਗ ਲਿਆ, ਹਰ ਇੱਕ ਚੀਜ਼ ਮੰਗ ਲਈ, ਕੋਈ ਕਮੀ ਨਹੀਂ ਛੱਡੀ। ਹੁਣ ਅੰਤਰੀਵ ਭਾਵ ਦੇ ਵਿੱਚ ਜੀ ਕੀ ਮੰਗਦੇ ਹੋ ਜੀ? ਦਾਲ ਰੋਟੀ ਮੰਗਣੀ ਕੋਈ ਰੱਬ ਤੋਂ ਚੰਗੀ ਲੱਗਦੀ ਹੈ? ਉਹ ਕਹਿੰਦੇ ਜਦ ਲੋੜ ਹੁੰਦੀ ਹੈ, ਭੁੱਖ ਲੱਗੀ ਹੁੰਦੀ ਹੈ, ਬੰਦਾ ਚੀਕਾਂ ਮਾਰਦਾ, ਦਾਲ ਰੋਟੀ ਵੀ ਮੰਗਣੀ ਪੈਂਦੀ ਹੈ। ਪਰ ਜਦੋਂ ਉੱਚੀ ਅਵਸਥਾ ਜਾ ਕੇ ਉਹ ਦਾਲ ਕਿਹਨੂੰ ਕਹਿੰਦੇ ਨੇ? ਕਹਿੰਦੇ ਆਦਿ ਵਿਆਧੀ ਉਪਾਧੀ ਰੂਪ 3 ਰੋਗਾਂ ਨੂੰ ਦਾਲ ਹੁੰਦਾ, ਦਲਣਾ ਮੰਗਦਾ।
क्योंकि अरोगता ਦੇ ਸਹਿਤ ਹੋਣ ਕਰਕੇ ਆਪ ਦੀ ਆਰਤੀ ਕੀਤੀ ਜਾਵੇਗੀ। ਸਿੱਧਾ ਆਪਣੇ ਕੁਟਲ ਮਨ ਨੂੰ ਸਿੱਧਾ ਹੋਇਆ ਮੰਗਦਾ ਤਾਂ ਕਿ ਆਪ ਜੀ ਦੇ ਵਿੱਚ ਜੁੜ ਜਾਵੇ। ਮੰਗੋ ਕੀਓ, ਕੀਓ ਹੁੰਦਾ ਪ੍ਰੇਮ ਕਰਨਾ ਮੰਗਦਾ, ਕਿਉਂਕਿ ਪ੍ਰੇਮ ਤੋਂ ਬਗੈਰ ਆਰਤੀ ਨਹੀਂ ਹੋ ਸਕਦੀ। ਹਮਰਾ ਖੁਸ਼ੀ ਕਰੈ ਨਿਤ ਜੀਓ, ਤਾਂ ਸਾਡਾ ਜਿਹੜਾ ਜੀਆ ਅੰਦਰੋਂ ਚਿੱਤ ਆ ਨਾ, ਹਰ ਰੋਜ਼ ਖੁਸ਼ੀਆਂ ਨੂੰ ਕਰੇਗਾ, ਖੁਸ਼ ਰਹੇਗਾ, ਪ੍ਰਸੰਨ ਰਹੇਗਾ। ਪਨੀਆਂ, ਪਨੀਆਂ ਹੁੰਦੀ ਜੁੱਤੀ, ਜੁੱਤੀ ਤਾਂ ਚਲੋ ਅਸੀਂ ਪਾਉਣੀ ਹੋਈਆਂ, ਪਰ ਹੁਣ ਉਧਰੋਂ ਮੰਗਣੀਆਂ ਪਨੀਆਂ ਕੀ? ਆਪ ਜੀ ਦੀ ਪਨੀਆਂ ਭਾਵ ਸ਼ਰਨ ਮੰਗਦਾ, ਸ਼ਰਨ, ਚਰਨਾਂ 'ਚ ਪੈਣਾ ਮੰਗਦਾ। ਤੁਹਾਡੀ ਸ਼ਰਨ ਵਿੱਚ ਰਹੀਏ ਸਦਾ ਹੀ। ਸਾਧਨ ਨੀਕਾ, ਸਾਰਿਆਂ ਤੋਂ ਨੀਕਾ ਹੁੰਦਾ ਚੰਗਾ ਖਿਮਾ ਰੂਪੀ ਪ੍ਰੇਮ ਰੂਪੀ ਕੱਪੜਾ ਪਰਮੇਸ਼ਰ ਪਟ ਲਈ, ਉਹ ਮੰਗਦਾ। ਪਰਮੇਸ਼ਰ ਨਾਮ ਚਾਰਨ ਰੂਪੀ ਬਸਤਰ ਮੰਗਦਾ। ਸੋ ਕਾਮ ਆਦਿਕਾਂ ਦਾ ਜਿਹੜਾ ਸਾਧਨ ਕੱਟਣਾ ਮੰਗਦਾ। ਨੀਕਾ ਹੁੰਦਾ ਭਲੀ ਪ੍ਰਕਾਰ, ਚੰਗੀ ਤਰ੍ਹਾਂ। ਅਨਾਜ ਮੰਗਾਓ ਸਤ ਸੀਕਾ, ਅਨ ਅੱਜ ਅਲੱਗ ਅਲੱਗ ਹੋ ਜਾਣਾ ਇਹ। ਅਨ ਆਜ ਹੋਰ ਇਹ ਮੰਗਦਾ ਅੱਜ ਕਿ ਸੱਤ ਦਾ ਸਿੱਕਾ ਚੱਲੇ ਸਾਰੇ ਪਾਸੇ। ਸਤ ਸੀਕਾ ਭਾਵ ਸੱਚ ਦਾ ਹੀ ਬੋਲਬਾਲਾ ਚਾਰੇ ਪਾਸੇ ਹੋਵੇ। ਅੱਜ ਹੁੰਦੀ ਮਾਇਆ, ਮਾਇਆ ਤੋਂ ਅਨ ਰਹਿਤ ਹੋਣਾ ਮੰਗਦਾ। ਤੇ ਸਤ ਤੇ ਸੀਕਾ ਹੁੰਦਾ ਸੀਲ ਸੁਭਾਅ ਦਾ ਗ੍ਰਹਿਣ ਕਰਨਾ ਮੰਗਦਾ। ਗਊ ਭੈਂਸ ਮੰਗਾਓ ਲਾਵੇਰੀ, ਭੈ ਦੇ ਸਹਿਤ ਹੋ ਕੇ ਆਪਦੇ ਗੁਣਾਂ ਦੇ, ਗਊ ਤੋਂ ਭਾਵ ਹੁੰਦਾ ਗਾਊ, ਗਾਇਨ ਕਰਨ ਵਿੱਚ ਲਾਵੇਰੀ ਲਿਵ ਲਗਾਉਣੀ ਮੰਗਦਾ। ਇੱਕ ਤਾਜਨ ਤੁਰੀ ਚੰਗੇਰੀ, ਤੁਰੀ ਅਵਸਥਾ ਵਿੱਚ ਲਿਜਾਣ ਵਾਲੀ ਸਭ ਸਾਧਨਾਂ ਤੋਂ ਚੰਗੀ ਜੋ ਏਕਤਾ ਹੈ, ਉਹਨੂੰ ਮੈਂ ਜਨ ਮੰਗਦਾ। ਏਕਤਾ ਤੋਂ ਜਨ ਉਤਪੰਨ ਜਿਹੜੀ ਹੋਈ ਨਾ ਚੰਗੀ ਤੁਰੀ ਅਵਸਥਾ, ਉਹਨੂੰ ਮੈਂ ਮੰਗਦਾ। ਘਰ ਕੀ ਗੀਹਨ ਚੰਗੀ, ਅੰਤःਕਰਨ ਰੂਪੀ ਘਰ ਦੀ ਜਿਹੜੀ ਚੰਗੀ ਗੀਹਨ ਔਰਤ, ਆਤਮ ਵਿਸ਼ੈਣੀ ਬੁੱਧੀ ਨੂੰ ਔਰਤ ਕਹਿੰਦੇ ਨੇ। ਸੋ ਮਹਾਰਾਜ ਨੇ ਇਹ 370 ਅੰਗ ਤੇ ਆਸਾ ਰਾਗ ਦੇ ਵਿੱਚ ਬਚਨ ਕੀਤਾ ਵੀ ਹੋਇਆ। ਨਿਜ ਭਗਤੀ ਸੀਲਵੰਤੀ ਨਾਰ, ਇਹ ਸਾਰਾ ਸ਼ਬਦ ਪਿੱਛੇ ਹੋ ਚੁੱਕਿਆ। ਆਤਮ ਵਿਸ਼ੈਣੀ ਰੂਪ ਜਿਹੜੀ ਔਰਤ ਹੈ ਨਾ ਬੁੱਧੀ, ਇਹ ਮੰਗਦਾ ਚੰਗੀ ਬੁੱਧੀ ਦਿਓ। ਜਨ ਧੰਨਾ ਲੇਵੈ ਮੰਗੀ, ਧੰਨਾ ਭਗਤ ਜੀ ਕਥਨ ਕਰਦੇ ਆ ਮੈਂ ਸੇਵਕ ਤਾਂ ਉਹਨੂੰ ਮੰਗ ਲੈਣਾ ਕਰਦਾ ਆਪਦੇ ਪਾਸੋਂ। ਇਸ ਪ੍ਰਕਾਰ ਇੱਥੇ ਧਨਾਸਰੀ ਰਾਗ ਦੀ ਸਮਾਪਤੀ ਕੀਤੀ ਹੈ। 5 ਸ਼ਬਦ ਕਬੀਰ ਜੀ ਦੇ ਆਏ ਨੇ ਔਰ 5 ਸ਼ਬਦ ਭਗਤ ਨਾਮਦੇਵ ਜੀ ਦੇ ਨੇ। 3 ਸ਼ਬਦ ਭਗਤ ਰਵਿਦਾਸ ਜੀ ਹੈ। 1 ਸ਼ਬਦ ਭਗਤ ਤਰਲੋਚਨ ਜੀ ਦਾ। ਸੋ 1 ਸ਼ਬਦ ਸੈਣ ਨਾਈ ਜੀ ਦਾ, 1 ਸ਼ਬਦ ਭਗਤ ਪੀਪਾ ਜੀ ਦਾ, 1 ਭਗਤ ਧੰਨਾ ਜੀ ਦਾ। ਇਹ ਭਗਤ ਬਾਣੀ ਦੇ ਕੁੱਲ 17 ਸ਼ਬਦ ਆਏ ਇਸ ਰਾਗ ਦੇ ਵਿੱਚ।